सीखिए। ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀਆਂ ਨੂੰ ਤੁਹਾਨੂੰ ਪੰਜਾਬੀ ਮਾਂ ਬੋਲੀ, ਆਓ ਪੰਜਾਬੀ ਸਿੱਖੀਏ। ਤੁਸੀਂ ਇਸ ਸ਼ੋਅ ਦਾ ਇੰਤਜ਼ਾਰ ਕਰਦੇ ਰਹਿੰਦੇ ਹੋ, ਪਿਆਰ ਵੀ ਕਰਦੇ ਹੋ ਇਸ ਸ਼ੋਅ ਨੂੰ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਆਓ ਅਸੀਂ ਫਿਰ ਬਹੁਤ ਹੀ ਸਾਡੇ ਪਿਆਰੇ ਜਿਹੇ ਮਹਿਕਪ੍ਰੀਤ ਕੌਰ ਧਾਲੀਵਾਲ ਸਾਡੇ ਨਾਲ ਨੇ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਾਣਦੇ ਆ, ਕਿਉਂਕਿ ਮੈਂ ਵਿੱਚ ਬਹੁਤਾ ਸਮਾਂ ਨਹੀਂ ਰਹਿਣਾ ਚਾਹੁੰਦੀ। ਸਟੂਡੈਂਟ ਇਹਨਾਂ ਦਾ ਹੀ ਇੰਤਜ਼ਾਰ ਕਰਦੇ ਹੁੰਦੇ ਆ। ਸੋ ਮਹਿਕਪ੍ਰੀਤ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮਾਂ ਬੋਲੀ ਪ੍ਰੋਗਰਾਮ ਦੇ ਇਸ ਐਪੀਸੋਡ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਹੈ। ਮਹਿਕਪ੍ਰੀਤ ਜੀ, ਬਹੁਤ ਪ੍ਰੋਗਰਾਮ ਪਸੰਦ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਬੱਚੇ ਐਕਸਾਈਟਡ ਵੀ ਹੁੰਦੇ ਆ ਅਗਲੀ ਕਲਾਸ ਕਦੋਂ ਲੱਗਣੀ ਹੈ। ਸੋ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਉਂਗੀ ਤੇ ਤੁਸੀਂ ਆਪਣੀ ਕਲਾਸ ਕਰੋ ਜੀ ਸ਼ੁਰੂ। ਧੰਨਵਾਦ। ਸੋ ਹੁਣ ਤੱਕ ਆਪਾਂ ਪੰਜਾਬੀ 35 ਦੀਆਂ ਪਹਿਲੀਆਂ 2 ਲਾਈਨ ਸਿੱਖ ਚੁੱਕੇ ਹਾਂ ਤੇ 35 ਅੱਖਰਾਂ ਦੇ ਵਿੱਚੋਂ 10 ਅੱਖਰ ਆਪਾਂ ਸਿੱਖ ਚੁੱਕੇ ਹਾਂ। We've learnt the first 10 letters out of the 35 letters in the Punjabi alphabet ਤੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਅਗਲੇ 5 ਅੱਖਰ ਸਿੱਖਾਂਗੇ। ਪੰਜਾਬੀ 35 ਦੀ ਤੀਜੀ ਲਾਈਨ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਪਰ ਤੀਜੀ ਲਾਈਨ ਸਿੱਖਣ ਤੋਂ ਪਹਿਲਾਂ ਮੈਂ ਪਹਿਲੇ 10 ਅੱਖਰਾਂ ਦਾ ਅਭਿਆਸ ਕਰਨਾ ਚਾਹੁੰਦੀ ਹਾਂ। ਤੇ ਅਭਿਆਸ ਆਪਾਂ ਕਿਵੇਂ ਕਰਨਾ ਹੈ? ਇੱਕ ਛੋਟੀ ਜਿਹੀ ਗੇਮ ਖੇਡ ਕੇ। ਸੋ ਗੇਮ ਜਾਂ ਚੈਲੰਜ ਇਹ ਆ ਕਿ ਇਹਨਾਂ 10 ਅੱਖਰਾਂ ਦੇ ਵਿੱਚੋਂ ਮੈਂ ਤੁਹਾਨੂੰ 6 ਅੱਖਰ ਬੋਲੂੰਗੀ ਤੇ ਤੁਸੀਂ ਹਰ ਇੱਕ ਅੱਖਰ ਨੂੰ ਆਪਣੀ ਨੋਟਬੁੱਕ ਦੇ ਵਿੱਚ ਲਿਖਣਾ ਆ। ਐਂਡ ਦੇ ਉੱਤੇ ਇਹ 6 ਅੱਖਰ ਤੁਹਾਡੇ ਸਕਰੀਨ ਦੇ ਉੱਤੇ ਆਉਣਗੇ ਤੇ ਤੁਸੀਂ ਆਪਣੇ ਵਰਕ ਨੂੰ ਮਾਰਕ ਕਰ ਸਕਦੇ ਹੋ, ਦੇਖ ਸਕਦੇ ਹੋ ਤੁਸੀਂ ਕਿੰਨੇ ਸਹੀ ਲਿਖਿਆ ਤੇ ਕਿੰਨੇ ਗਲਤ ਲਿਖਿਆ। So we're going to start off by playing a little game over here, and what the game includes is I'm going to say 6 letters out of the 10 letters that we've done so far, and you have to write down each letter in your notebook. At the end, all 6 letters will show up on your screen and you can mark your work, see how many you got wrong, see how many you got right. So चलो करते हैं शुरुआत। सब तो पहला अक्षर है हाहा। सो मैं चाहती हूँ कि सारे बच्चे हाहा अपनी नोटबुक ਦੇ ਵਿੱਚ ਲਿਖਣ। ਹਾਹੇ ਦੀ ਸਾਊਂਡ ਹੁੰਦੀ ਆ ਹ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ H ਦੀ ਹੁੰਦੀ ਆ। ਹਾਹੇ ਤੋਂ ਬਣਦਾ ਹੈ ਹੱਥ or ਹਾਥੀ which is elephant। ਹਾਹੇ ਤੋਂ ਬਾਅਦ ਸਾਰਿਆਂ ਨੇ ਲਿਖਣਾ ਹੈ ਗੱਗਾ। ਗੱਗੇ ਦੀ ਸਾਊਂਡ ਹੁੰਦੀ ਆ ਗ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ G ਦੀ ਹੁੰਦੀ ਆ। ਤੇ ਗੱਗੇ ਤੋਂ ਬਣਦਾ ਹੈ ਗਮਲਾ which is flower pot। ਉਸ ਤੋਂ ਬਾਅਦ ਤੁਸੀਂ ਲਿਖਣਾ ਹੈ ਐੜਾ। ਐੜੇ ਦੀ ਸਾਊਂਡ ਹੈ ਐ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ A ਦੀ ਹੁੰਦੀ ਹੈ, A for apple। ਅਤੇ ਐੜੇ ਤੋਂ ਬਣਦਾ ਹੈ ਅੱਖ which is I or ਅੰਬ which is mango। So far you should have written ਹਾਹਾ, ਗੱਗਾ ਅਤੇ ਐੜਾ। ਉਸ ਤੋਂ ਬਾਅਦ ਤੁਸੀਂ ਲਿਖਣਾ ਹੈ ਸੱਸਾ। ਸੱਸੇ ਦੀ ਸਾਊਂਡ ਹੁੰਦੀ ਹੈ ਸ, ਜਿਵੇਂ ਇੰਗਲਿਸ਼ ਦੇ ਵਿੱਚ ਲੈਟਰ S ਦੀ ਹੁੰਦੀ ਆ। ਅਤੇ ਸੱਸੇ ਤੋਂ ਬਣਦਾ ਹੈ ਸੇਬ which is apple or ਸਬਜ਼ੀ which is vegetable। ਸੱਸੇ ਤੋਂ ਬਾਅਦ ਆਪਾਂ ਲਿਖਾਂਗੇ ਘੱਗਾ। ਘੱਗੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ G ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਆ। ਤੇ ਇੱਥੇ ਮੈਂ ਸਾਰਿਆਂ ਨੂੰ ਯਾਦ ਦਿਲਾ ਦੇਵਾਂ, ਘੱਗੇ ਦੀ ਸਾਊਂਡ ਤੇ ਇੰਗਲਿਸ਼ ਦੇ ਵਿੱਚ G ਤੇ H ਦੀ ਸਾਊਂਡ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੀ, ਪਰ ਇਟਸ ਸਿਮਿਲਰ, ਮਿਲਦੀ ਜੁਲਦੀ ਆ। ਇਸ ਕਰਕੇ ਇਹਨਾਂ ਦੋਨਾਂ ਨੂੰ ਕੰਪੇਅਰ ਕੀਤਾ ਜਾਂਦਾ ਆ। ਤੇ ਘੱਗੇ ਤੋਂ ਸ਼ੁਰੂ ਹੁੰਦਾ ਹੈ ਘਰ which is house। ਤੇ ਤੁਹਾਡਾ ਲਾਸਟ ਅੱਖਰ ਹੈ ਕੱਕਾ। ਕੱਕੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ K ਦੀ ਹੁੰਦੀ ਆ। ਕੱਕੇ ਤੋਂ ਬਣਦਾ ਹੈ ਕਲਮ which is pen or car which is called car in English as well। So ਮੈਂ ਇਹ ਸਾਰੇ ਅੱਖਰ ਇੱਕ ਵਾਰੀ ਫੇਰ ਰਿਪੀਟ ਕਰੂੰਗੀ and you guys can make sure that you have all 6 letters। So ਸਭ ਤੋਂ ਪਹਿਲਾ ਅੱਖਰ ਸੀ ਹਾਹਾ, ਉਸ ਤੋਂ ਬਾਅਦ ਗੱਗਾ, ਫਿਰ ਐੜਾ, ਫਿਰ ਸੱਸਾ, ਉਸ ਤੋਂ ਬਾਅਦ ਘੱਗਾ ਤੇ ਲਾਸਟ ਅੱਖਰ ਸੀ ਕੱਕਾ। ਸੋ ਹੁਣ ਤੁਹਾਡੇ ਸਾਰਿਆਂ ਦੇ ਸਕਰੀਨ ਦੇ ਉੱਤੇ ਇਹ 6 ਅੱਖਰ ਲਿਖੇ ਹੋਏ ਆਉਣਗੇ ਤੇ ਤੁਸੀਂ ਆਪਣੇ ਵਰਕ ਨੂੰ ਮਾਰਕ ਕਰਨਾ ਆ। ਤੁਸੀਂ ਦੇਖ ਸਕਦੇ ਹੋ ਤੁਸੀਂ ਕਿੰਨੇ ਅੱਖਰ ਸਹੀ ਲਿਖਿਆ, ਕਿੰਨੇ ਗਲਤ ਲਿਖਿਆ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ all 6 letters completely correctly ਲਿਖੇ ਹੋਣਗੇ। ਜੇ ਤੁਹਾਡਾ ਕੋਈ ਗਲਤ ਵੀ ਹੋ ਗਿਆ it's okay, ਆਪਾਂ ਹੌਸਲਾ ਨਹੀਂ ਛੱਡਣਾ ਹੈਗਾ। ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਸੋ ਇਹਦਾ ਮਤਲਬ ਤੁਹਾਨੂੰ ਥੋੜੀ ਜਿਹੀ ਹੋਰ ਮਿਹਨਤ ਕਰਨ ਦੀ ਹਜੇ ਲੋੜ ਆ। ਸੋ ਇਹ ਸੀ ਪੰਜਾਬੀ 35 ਦੇ ਪਹਿਲੇ 10 ਅੱਖਰ। ਆਓ ਦੇਖਦੇ ਹਾਂ ਕਿ ਪੰਜਾਬੀ 35 ਦੀ ਤੀਜੀ ਲਾਈਨ ਦੇ ਵਿੱਚ ਕਿਹੜੇ 5 ਅੱਖਰ ਨੇ। ਸੋ ਪੰਜਾਬੀ 35 ਦੀ ਤੀਜੀ ਲਾਈਨ ਦਾ ਸਭ ਤੋਂ ਪਹਿਲਾ ਅੱਖਰ ਹੈ ਚੱਚਾ। ਸੋ ਸਾਰੇ ਜਾਣੇ ਬੋਲੋ ਚੱਚਾ, ਚੱਚਾ। ਚੱਚੇ ਦੀ ਕੀ ਸਾਊਂਡ ਹੁੰਦੀ ਆ? ਚੱਚੇ ਦੀ ਸਾਊਂਡ ਹੁੰਦੀ ਆ ਚ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ C and H ਦੀ ਕੰਬਾਈਨਡ ਸਾਊਂਡ ਹੁੰਦੀ ਆ। ਸੋ ਚੱਚਾ ਚ, ਚੱਚਾ ਚ। ਆਓ ਦੇਖਦੇ ਹਾਂ ਹੁਣ ਕਿ ਚੱਚੇ ਅੱਖਰ ਤੋਂ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ। ਸਭ ਤੋਂ ਪਹਿਲਾਂ ਚੱਚੇ ਤੋਂ ਸ਼ੁਰੂ ਹੁੰਦਾ ਹੈ ਚਮਚਾ।
ਚਮਚਾ is spoon in English ਤੇ ਜਦੋਂ ਆਪਾਂ ਚਮਚਾ ਸ਼ਬਦ ਕਹਿੰਦੇ ਆ ਸਾਰੇ ਜਾਣੇ ਬੋਲ ਕੇ ਦੇਖੋ ਚਮਚਾ ਤੁਹਾਨੂੰ ਸ਼ੁਰੂਆਤ ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ ਕਿਉਂਕਿ ਚਮਚੇ ਦੇ ਮੂਹਰੇ ਚੱਚਾ ਲੱਗਦਾ ਆ ਤੇ ਤੁਹਾਨੂੰ ਐਂਡ ਦੇ ਵਿੱਚ ਵੀ ਚ ਸਾਊਂਡ ਸੁਣਾਈ ਦਿੰਦੀ ਆ ਕਿਉਂਕਿ ਜਦੋਂ ਆਪਾਂ ਚਮਚਾ ਲਿਖਦੇ ਆ ਐਂਡ ਦੇ ਵਿੱਚ ਵੀ ਚੱਚਾ ਲੱਗਦਾ ਸੋ ਚਮਚਾ ਵਰਡ ਦੇ ਵਿੱਚ ਚੱਚਾ 2 ਵਾਰੀ ਲੱਗਦਾ ਆ ਐਂਡ ਚਮਚਾ is spoon ਚਮਚੇ ਤੋਂ ਬਾਅਦ ਆ ਜਾਂਦਾ ਆ ਚੂਹਾ ਚੂਹਾ means mouse in English and ਜਦੋਂ ਆਪਾਂ ਚੂਹਾ ਸ਼ਬਦ ਕਹਿੰਦੇ ਆ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ when we say the word ਚੂਹਾ we hear the ch sound in the beginning ਤੇ ਮੇਰਾ last example ਹੈ ਚਾਬੀ ਚਾਬੀ is key in English like lock and key ਤੇ ਜਦੋਂ ਆਪਾਂ ਚਾਬੀ word ਬੋਲਦੇ ਆ ਆਪਾਂ ਨੂੰ ਸ਼ੁਰੂਆਤ ਦੇ ਵਿੱਚ beginning ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ ਸੋ ਇਹ ਤਾਂ ਹੋ ਗਈ ਚੱਚੇ ਦੀ ਸਾਊਂਡ ch ਆਓ ਦੇਖਦੇ ਹਾਂ ਕਿ ਚੱਚਾ ਅੱਖਰ ਲਿਖਿਆ ਕਿਵੇਂ ਜਾਂਦਾ ਆ ਸੋ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਕਰੀਨ ਦੇ ਰਾਈਟ ਹੈਂਡ ਸਾਈਡ ਦੇ ਉੱਤੇ ਸਟੈਪ ਬਾਈ ਸਟੈਪ ਇਨਸਟਰਕਸ਼ਨਸ ਆਉਣਗੀਆਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਹਰ ਇੱਕ ਅੱਖਰ ਨੂੰ ਘੱਟ ਤੋਂ ਘੱਟ 2 ਵਾਰੀ ਲਿਖਣ ਦੀ ਕੋਸ਼ਿਸ਼ ਕਰਨੀ ਆ As always, you'll be seeing step-by-step instructions on how to write each of the 5 letters that we'll go over today, and you have to try to write each letter a minimum of 2 times. So, ਚੱਚਾ ਅੱਖਰ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਿੱਧੀ ਲਕੀਰ ਬਣਾਵਾਂਗੇ straight line ਤੇ ਇੱਥੇ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਜਿਹੜੇ ਆਪਾਂ ਅੱਜ 5 ਅੱਖਰ ਕਰਨ ਜਾ ਰਹੇ ਹਾਂ ਸਾਰੇ ਅੱਖਰ ਹੀ ਉੱਤੋਂ ਬੰਦ ਨੇ they're all closed from the top so ਹਰ ਇੱਕ ਅੱਖਰ ਦੇ ਲਈ ਆਪਾਂ ਸ਼ੁਰੂਆਤ straight line ਦੇ ਨਾਲ ਕਰਨੀ ਹੈ so you have to start off each letter with a straight horizontal line So straight line draw ਕਰਨ ਤੋਂ ਬਾਅਦ ਤੁਸੀਂ ਲਾਈਨ ਦੇ ਸੱਜੇ ਪਾਸੇ ਵੱਲ ਰਹਿ ਕੇ ਇੱਕ ਥੱਲੇ ਨੂੰ ਜਾਂਦੀ ਛੋਟੀ ਜਿਹੀ ਲਾਈਨ ਬਣਾਓਗੇ so make a small vertical line going down ਤੇ ਫਿਰ ਤੁਸੀਂ ਇਸ ਲਾਈਨ ਨੂੰ ਖੱਬੇ ਪਾਸੇ ਵੱਲ ਜਾਂ ਲੈਫਟ ਹੈਂਡ ਸਾਈਡ ਵੱਲ ਲੈ ਜਾਣਾ ਇੱਥੇ ਤੁਸੀਂ ਇੱਕ ਲੂਪ ਬਣਾਉਣਾ ਸੋ ਪਹਿਲਾਂ ਲਾਈਨ ਨੂੰ ਉੱਤੇ ਨੂੰ ਲੈ ਜਾਓ ਫਿਰ ਮੁੜ ਕੇ ਥੱਲੇ ਲਿਆਓ ਤੇ ਇਸ ਦੇ ਥੱਲੇ ਤੁਸੀਂ ਇੰਗਲਿਸ਼ ਦੇ ਵਿੱਚ ਲੈਟਰ U ਵਰਗੀ ਸ਼ੇਪ ਬਣਾਉਣੀ ਆ ਤੇ ਲਾਈਨ ਨੂੰ ਆਪਣੇ ਆਪ ਦੇ ਨਾਲ ਹੀ ਜੋੜ ਦੇਣਾ ਸੋ ਇਹ ਬਣ ਗਿਆ ਅੱਖਰ ਚੱਚਾ So to make the letter chacha, start off with a straight horizontal line. And while staying on the right-hand side of the line, make a vertical line that goes down, a small vertical line going down. And take this line towards the left-hand side, make a loop over here, so make the line go up, bring it back down. And right over here, make a shape that looks like the letter U in English. And your last step is to connect the line with itself. And there you have it, the letter chacha. So ਇਹ ਹੋ ਗਿਆ ਅੱਖਰ ਚੱਚਾ ਚੱਚੇ ਦੀ ਸਾਊਂਡ ਹੁੰਦੀ ਆ ਚ ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ C ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਆ ਚੱਚੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਚੱਚੇ ਤੋਂ ਬਾਅਦ ਆਉਂਦਾ ਹੈ ਛੱਛਾ ਸੋ ਸਾਰੇ ਜਾਣੇ ਬੋਲੋ ਛੱਛਾ ਛੱਛਾ ਛੱਛੇ ਦੀ ਕੀ ਸਾਊਂਡ ਹੁੰਦੀ ਆ ਛੱਛੇ ਦੀ ਸਾਊਂਡ ਹੁੰਦੀ ਆ ਛ ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ C ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਆ ਸੋ C double H ਛ ਤੇ ਛੱਛੇ ਤੋਂ ਕੀ ਸ਼ੁਰੂ ਹੁੰਦਾ ਹੈ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਛੱਛੇ ਤੋਂ ਸ਼ੁਰੂ ਹੁੰਦਾ ਹੈ ਛਤਰੀ ਛਤਰੀ is umbrella in English ਤੇ ਜਦੋਂ ਆਪਾਂ ਛਤਰੀ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਛ ਸਾਊਂਡ ਸੁਣਾਈ ਦਿੰਦੀ ਆ ਛੱਛਾ ਛਤਰੀ ਉਸ ਤੋਂ ਬਾਅਦ ਆ ਜਾਂਦਾ ਹੈ ਛੱਤਾ ਛੱਤਾ is beehive in English ਤੇ ਜਦੋਂ ਆਪਾਂ ਛੱਤਾ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਫਿਰ ਤੋਂ ਛ ਸਾਊਂਡ ਸੁਣਾਈ ਦਿੰਦੀ ਆ ਛੱਛਾ ਛੱਤਾ ਤੇ ਮੇਰਾ ਲਾਸਟ ਐਗਜ਼ਾਮਪਲ ਹੈ ਛੱਲੀ ਛੱਲੀ is corn like the corn we eat ਤੇ ਜਦੋਂ ਆਪਾਂ ਛੱਲੀ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਛ ਸਾਊਂਡ ਸੁਣਾਈ ਦਿੰਦੀ ਆ ਸੋ ਛੱਛਾ ਛਤਰੀ ਛੱਛਾ ਛੱਤਾ beehive ਤੇ ਛੱਛਾ ਛੱਲੀ corn ਸੋ ਇਹ ਤਾਂ ਹੋ ਗਈ ਛੱਛੇ ਦੀ ਸਾਊਂਡ ਛ C double H ਸੋ ਆਓ ਦੇਖਦੇ ਹਾਂ ਹੁਣ ਛੱਛਾ ਅੱਖਰ ਕਿਵੇਂ ਲਿਖਿਆ ਜਾਂਦਾ ਹੈ ਛੱਛਾ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਟ੍ਰੇਟ ਲਾਈਨ ਜਾਂ ਸਿੱਧੀ ਲਕੀਰ ਬਣਾਵਾਂਗੇ ਫਿਰ ਜਿਵੇਂ ਆਪਾਂ ਚੱਚਾ ਅੱਖਰ ਦੇ ਲਈ ਇੱਕ ਛੋਟੀ ਜਿਹੀ ਥੱਲੇ ਨੂੰ ਜਾਂਦੀ ਲਕੀਰ ਖਿੱਚੀ ਸੀ ਇਦਾਂ ਦੀ ਆਪਾਂ ਇੱਕ ਹੋਰ ਲਕੀਰ ਬਣਾਉਣੀ ਆ ਫਿਰ ਆਪਾਂ ਇਸ ਲਕੀਰ ਨੂੰ ਖੱਬੇ ਪਾਸੇ ਵੱਲ ਜਾਂ ਲੈਫਟ ਹੈਂਡ ਸਾਈਡ ਵੱਲ ਲੈ ਜਾਣਾ ਫਿਰ ਸੱਜੇ ਪਾਸੇ ਵੱਲ ਰਾਈਟ ਹੈਂਡ ਸਾਈਡ ਵੱਲ ਫਿਰ ਮੁੜ ਤੋਂ ਖੱਬੇ ਪਾਸੇ ਵੱਲ so you have to make a shape that looks like a squiggle right so left right left ਫਿਰ ਇੱਥੇ ਆਪਾਂ ਕੀ ਕਰਨਾ ਇਸ ਲਕੀਰ ਨੂੰ ਆਪਣੇ ਆਪ ਦੇ ਨਾਲ ਹੀ ਜੋੜ ਦੇਣਾ ਸੋ ਉੱਤੇ ਨੂੰ ਲੈ ਜਾਣਾ ਤੇ ਆਪਣੇ ਆਪ ਦੇ ਨਾਲ ਹੀ ਜੋੜ ਦੇਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਇੱਕ ਸਰਕਲ ਜਾਂ ਓਵਲ ਵਰਗੀ ਸ਼ੇਪ ਬਣ ਗਿਆ ਤੁਹਾਡਾ ਲਾਸਟ ਸਟੈਪ ਇਹ ਆ ਕਿ ਇਸ ਸਰਕਲ ਦੇ ਵਿੱਚ ਤੁਸੀਂ ਇੱਕ ਲਕੀਰ ਬਣਾਉਣੀ ਆ ਜਿਹੜੀ ਕਿ ਥੱਲੇ ਨੂੰ ਜਾਂਦੀ ਹੋਵੇ ਤੇ ਇਹ ਬਣ ਗਿਆ ਅੱਖਰ ਛੱਛਾ so to make the letter chacha start off with a straight line and like we did for the letter chacha make a line that goes down vertically take it towards the left hand side take it towards the right again and take it towards the left again so you have a shape that looks like a squiggle and now what you have to do is take the line upward and connect it with itself to make a little circle or oval shape at the bottom and your last step is to add a line in the middle
of this circular shape that goes down, and there you have it, the letter chacha. So ਇਹ ਹੋ ਗਿਆ ਅੱਖਰ chacha ਤੇ ਮੈਂ ਸਾਰਿਆਂ ਨੂੰ ਯਾਦ ਦਿਲਾ ਦਵਾਂ chache ਦੀ ਸਾਊਂਡ ਹੁੰਦੀ ਹੈ ch, ਜਿਵੇਂ ਕਿ ਇੰਗਲਿਸ਼ ਦੇ ਵਿੱਚ letters C double H ਦੀ combined sound ਹੁੰਦੀ ਹੈ ਤੇ chache ਤੋਂ ਸ਼ੁਰੂ ਹੁੰਦਾ ਹੈ ਛਤਰੀ which is umbrella, chatta which is beehive, and challi which is corn. chache ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ chache ਤੋਂ ਬਾਅਦ ਆਉਂਦਾ ਹੈ ਜੱਜਾ ਜੱਜੇ ਦੀ ਸਾਊਂਡ ਹੁੰਦੀ ਹੈ ਜ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ J ਦੀ ਹੁੰਦੀ ਆ ਤੇ ਜੱਜੇ ਤੋਂ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਜੱਜੇ ਤੋਂ ਸ਼ੁਰੂ ਹੁੰਦਾ ਹੈ ਜੱਗ ਸੋ ਜਦੋਂ ਤੁਸੀਂ ਜੱਗ ਸ਼ਬਦ ਬੋਲਦੇ ਆ ਸਾਰੇ ਜਾਣੇ ਬੋਲ ਕੇ ਦੇਖੋ ਜੱਗ ਤੁਹਾਨੂੰ ਸ਼ੁਰੂਆਤ ਦੇ ਵਿੱਚ ਜ ਸਾਊਂਡ ਸੁਣਾਈ ਦਿੰਦੀ ਆ ਫਿਰ ਜੱਜਾ ਤੇ ਉਸ ਤੋਂ ਬਾਅਦ ਤੁਹਾਨੂੰ ਗ ਸਾਊਂਡ ਸੁਣਾਈ ਦਿੰਦੀ ਆ ਗ ਸਾਊਂਡ ਕਿਹੜੇ ਅੱਖਰ ਦੀ ਹੁੰਦੀ ਆ ਗ ਸਾਊਂਡ ਗੱਗੇ ਅੱਖਰ ਦੀ ਹੁੰਦੀ ਆ ਸੋ ਜੱਜਾ ਗੱਗਾ ਜੱਗ ਤੇ ਜੱਗ ਨੂੰ ਪੰਜਾਬੀ ਚ ਵੀ ਜੱਗ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਵੀ ਜੱਗ ਕਹਿੰਦੇ ਆ ਜੱਗ ਤੋਂ ਬਾਅਦ ਆ ਜਾਂਦਾ ਹੈ ਜਹਾਜ਼ ਸੋ ਜਹਾਜ਼ ਕੀ ਹੁੰਦਾ ਹੈ ਜਹਾਜ਼ ਦੇ ਐਕਚੁਅਲੀ ਦੋ ਮੀਨਿੰਗਸ ਹੋ ਸਕਦੇ ਆ ਇੰਗਲਿਸ਼ ਦੇ ਵਿੱਚ ਜਹਾਜ਼ ਕੈਨ ਮੀਨ 에ਅਰਪਲੇਨ ਔਰ ਕੈਨ ਮੀਨ ਅ ਸ਼ਿਪ ਤੇ ਪੰਜਾਬੀ ਦੇ ਵਿੱਚ ਆਪਾਂ ਡਿਫਰੈਂਸ ਕਿਵੇਂ ਦੱਸਦੇ ਆ ਇਹ ਵੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਸੋ 에ਅਰਪਲੇਨ ਨੂੰ ਆਪਾਂ ਪੰਜਾਬੀ ਦੇ ਵਿੱਚ ਹਵਾਈ ਜਹਾਜ਼ ਕਹਿੰਦੇ ਆ ਬਿਕਾਜ਼ ਹਵਾ ਇਜ਼ 에ਅਰ ਐਂਡ ਹਵਾਈ ਜਹਾਜ਼ ਵੁੱਡ ਮੀਨ 에ਅਰਪਲੇਨ ਤੇ ਸ਼ਿਪ ਨੂੰ ਆਪਾਂ ਸਮੁੰਦਰੀ ਜਹਾਜ਼ ਕਹਿੰਦੇ ਆ ਬਿਕਾਜ਼ ਸਮੁੰਦਰ ਇਜ਼ ਓਸ਼ਨ ਔਰ ਸੀ ਤੇ ਸਮੁੰਦਰੀ ਜਹਾਜ਼ would mean a ship on sea ਸੋ ਇਹ ਹੋ ਗਿਆ ਜਹਾਜ਼ ਦਾ ਮੀਨਿੰਗ ਤੇ ਜਦੋਂ ਆਪਾਂ ਜਹਾਜ਼ ਸ਼ਬਦ ਬੋਲਦੇ ਆ ਸਾਰੇ ਜਾਣੇ ਬੋਲ ਕੇ ਦੇਖੋ ਜਹਾਜ਼ ਤੁਹਾਨੂੰ ਸ਼ੁਰੂਆਤ ਦੇ ਵਿੱਚ ਜ ਸਾਊਂਡ ਸੁਣਾਈ ਦਿੰਦੀ ਆ ਤੇ ਮੇਰਾ ਲਾਸਟ ਐਗਜ਼ਾਮਪਲ ਹੈ ਜੰਗਲ ਜੰਗਲ ਨੂੰ ਪੰਜਾਬੀ ਚ ਵੀ ਜੰਗਲ ਕਹਿੰਦੇ ਆ ਇੰਗਲਿਸ਼ ਦੇ ਵਿੱਚ ਵੀ ਜੰਗਲ ਕਹਿੰਦੇ ਆ ਤੇ ਜਦੋਂ ਆਪਾਂ ਜੰਗਲ ਵਰਡ ਬੋਲਦੇ ਆ ਆਪਾਂ ਨੂੰ ਬਿਗਿਨਿੰਗ ਦੇ ਵਿੱਚ ਜ ਸਾਊਂਡ ਸੁਣਾਈ ਦਿੰਦੀ ਆ ਸੋ ਜੱਜਾ ਜੱਗ which is jug in English ਜੱਜਾ ਜਹਾਜ਼ airplane or ship and jajja jungle which is jungle in English as well so ਇਹ ਹੋ ਗਈ ਜੱਜੇ ਦੀ ਸਾਊਂਡ j like the letter J ਆਓ ਦੇਖਦੇ ਹਾਂ ਜੱਜਾ ਅੱਖਰ ਲਿਖਿਆ ਕਿਵੇਂ ਜਾਂਦਾ ਆ ਸੋ ਜੱਜਾ ਅੱਖਰ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਟ੍ਰੇਟ ਲਾਈਨ ਜਾਂ ਸਿੱਧੀ ਲਕੀਰ ਬਣਾਵਾਂਗੇ ਫਿਰ ਤੁਸੀਂ ਇੱਕ ਥੱਲੇ ਨੂੰ ਜਾਂਦੀ ਲਾਈਨ ਬਣਾਉਣੀ ਆ ਹੁਣ ਤੁਸੀਂ ਆਪਣੀ ਪੈਨਸਲ ਇਸ ਥੱਲੇ ਨੂੰ ਜਾਂਦੀ ਲਾਈਨ ਦੇ ਮਿਡਲ ਪੁਆਇੰਟ 'ਚ ਲੈ ਜਾਣੀ ਆ ਸੋ ਇਸ ਦੇ ਵਿਚਾਲੇ ਲੈ ਜਾਣੀ ਆ ਤੇ ਇਸ ਪੁਆਇੰਟ ਤੋਂ ਤੁਸੀਂ ਖੱਬੇ ਪਾਸੇ ਵੱਲ ਜਾਂ ਲੈਫਟ ਹੈਂਡ ਸਾਈਡ ਵੱਲ ਜਾਂਦੀ ਇੱਕ ਲਾਈਨ ਬਣਾਉਣੀ ਆ ਤੇ ਇੱਥੇ ਤੁਸੀਂ ਇੱਕ ਲੂਪ ਬਣਾਉਣਾ ਸੋ ਇਸ ਲਾਈਨ ਨੂੰ ਪਹਿਲਾਂ ਉੱਤੇ ਨੂੰ ਲੈ ਜਾਣਾ ਫਿਰ ਮੁੜ ਕੇ ਥੱਲੇ ਲਿਆਉਣਾ ਤੇ ਇਹ ਬਣ ਗਿਆ ਅੱਖਰ ਜੱਜਾ So to make the letter jajja, start off with a straight horizontal line and right beneath this make a vertical line going down and now take your pencil to the middle point of this vertical line. From this point make a line that goes towards the left, make a loop over here so make the line go up and bring it back down and there you have it, the letter jajja. ਤੇ ਜੱਜੇ ਦੀ ਕੀ ਸਾਊਂਡ ਹੁੰਦੀ ਆ ਜੱਜੇ ਦੀ ਸਾਊਂਡ ਹੁੰਦੀ ਆ ਜ ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ J ਦੀ ਹੁੰਦੀ ਆ ਚੱਚਾ ਚੱਚਾ ਜੱਜਾ ਜੱਜੇ ਤੋਂ ਬਾਅਦ ਕੀ ਆਉਂਦਾ ਹੈ ਜੱਜੇ ਤੋਂ ਬਾਅਦ ਆ ਜਾਂਦਾ ਹੈ ਚੱਜਾ ਸੋ ਚੱਜਾ ਅੱਖਰ ਚੱਚਾ ਅਤੇ ਜੱਜਾ ਅੱਖਰਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਚੱਜਾ is a combination of the letters ਚੱਚਾ and ਜੱਜਾ so ਚੱਚਾ plus ਜੱਜਾ equals to ਚੱਜਾ ਚੱਜੇ ਦੀ ਕੀ ਸਾਊਂਡ ਹੁੰਦੀ ਹੈ ਚੱਜੇ ਦੀ ਸਾਊਂਡ ਹੁੰਦੀ ਹੈ ਚ ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ J ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਹੈ ਸੋ ਸਾਰੇ ਜਾਣੇ ਬੋਲ ਕੇ ਦੇਖੋ ਚੱਜਾ ਚ ਚੱਜਾ ਚ ਹੁਣ ਇਹ ਤਾਂ ਹੋ ਗਈ ਚੱਜੇ ਦੀ ਸਾਊਂਡ ਚ ਆਓ ਦੇਖਦੇ ਹਾਂ ਕਿ ਜੱਜਾ ਅੱਖਰ ਤੋਂ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ ਸਭ ਤੋਂ ਪਹਿਲਾਂ ਜੱਜੇ ਨਾਲ ਸ਼ੁਰੂ ਹੁੰਦਾ ਹੈ ਚਾਨਣਾ ਚਾਨਣਾ ਇਜ਼ ਵਾਟਰਫਾਲ ਇਨ ਇੰਗਲਿਸ਼ ਤੇ ਜਦੋਂ ਆਪਾਂ ਚਾਨਣਾ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ ਉਸ ਤੋਂ ਬਾਅਦ ਆ ਜਾਂਦਾ ਹੈ ਝੰਡਾ ਝੰਡਾ ਇਜ਼ ਫਲੈਗ ਇਨ ਇੰਗਲਿਸ਼ ਤੇ ਜਦੋਂ ਆਪਾਂ ਝੰਡਾ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ ਸੋ ਜੱਜਾ ਚਾਨਣਾ waterfall ਜੱਜਾ ਝੰਡਾ flag ਮੇਰਾ ਲਾਸਟ ਐਗਜ਼ਾਮਪਲ ਹੈ ਜੱਜਾ ਝੂਲਾ ਝੂਲਾ is swing in English ਤੇ ਜਦੋਂ ਆਪਾਂ ਝੂਲਾ ਸ਼ਬਦ ਬੋਲਦੇ ਆ ਆਪਾਂ ਨੂੰ beginning ਦੇ ਵਿੱਚ ਚ ਸਾਊਂਡ ਸੁਣਾਈ ਦਿੰਦੀ ਆ ਸੋ ਜੱਜਾ ਚਾਨਣਾ ਜੱਜਾ ਝੰਡਾ ਐਂਡ ਜੱਜਾ ਝੂਲਾ ਸੋ ਇਹ ਹੋ ਗਈ ਜੱਜੇ ਦੀ ਸਾਊਂਡ ਚ ਆਓ ਦੇਖਦੇ ਹਾਂ ਹੁਣ ਜੱਜਾ ਅੱਖਰ ਤੋਂ ਨੂੰ ਬਣਾਇਆ ਕਿਵੇਂ ਜਾਂਦਾ ਆ ਸੋ ਜੱਜਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਟ੍ਰੇਟ ਲਾਈਨ ਡਰਾ ਕਰਾਂਗੇ ਕਿਉਂਕਿ ਜੱਜਾ ਉੱਤੋਂ ਬੰਦ ਹੁੰਦਾ ਇਸ ਦੇ ਥੱਲੇ ਤੁਸੀਂ ਇੱਕ ਹਾਫ ਸਰਕਲ ਜਾਂ ਅੱਧੇ ਗੋਲ ਚੱਕਰ ਵਰਗੀ ਸ਼ੇਪ ਬਣਾਓਗੇ ਜਿਹੜੀ ਕਿ ਇਸ ਲਾਈਨ ਦੇ ਨਾਲ ਜੁੜੀ ਹੋਵੇ ਇਸ ਦੇ ਥੱਲੇ ਤੁਸੀਂ ਇੱਕ ਲੈਟਰ C ਵਰਗੀ ਸ਼ੇਪ ਬਣਾਉਣੀ ਆ ਪਰ ਉਸ ਦਾ ਮੂੰਹ ਦੂਜੇ ਪਾਸੇ ਨੂੰ ਹੋਣਾ ਚਾਹੀਦਾ ਸੋ ਲੈਟਰ C in English but flipped so it should be facing the other way ਤੇ ਇਸ ਦੇ ਥੱਲੇ ਹੀ ਤੁਸੀਂ ਇੱਕ ਲੂਪ ਬਣਾਉਣਾ ਸੋ ਇਸ ਲੈਟਰ C ਨੂੰ ਪਹਿਲਾਂ ਤੁਸੀਂ ਥੋੜਾ ਜਿਹਾ ਉੱਤੇ ਨੂੰ ਲੈ ਜਾਓ ਫਿਰ ਮੁੜ ਕੇ ਥੱਲੇ ਲਿਆਓ ਸੋ ਇਹ ਬਣ ਗਿਆ ਅੱਖਰ ਜੱਜਾ So to make the letter jajja, start off with a straight line and right beneath the straight line make a half circle shape and it should be connected
to the line that we made. Right beneath this half circle, make a shape that looks like the letter C in English, but it faces the other way. So letter C, but flipped. And what you're going to do next is add a little loop at the bottom of this. So after you've made the letter C shape, take the line upward and then bring it back down. And there you have it, the letter jajja. So ਇਹ ਹੋ ਗਿਆ ਅੱਖਰ ਜੱਜਾ ਤੇ ਜੱਜੇ ਦੀ ਸਾਊਂਡ ਹੁੰਦੀ ਹੈ ਚ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ J ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਹੈ ਜੱਜਾ ਚ। ਸੋ ਚੱਚਾ ਛੱਛਾ ਜੱਜਾ ਜੱਜਾ। ਜੱਜੇ ਤੋਂ ਬਾਅਦ ਕੀ ਹੁੰਦਾ? ਪੰਜਾਬੀ 35 ਦੀ ਤੀਜੀ ਲਾਈਨ ਦਾ ਲਾਸਟ ਲੈਟਰ ਹੈ ਯੰਗਾ। Okay, so ਯੰਗਾ ਥੋੜਾ ਜਿਹਾ ਔਖਾ ਸ਼ਬਦ ਆ, ਬੋਲਣ ਦੇ ਵਿੱਚ ਵੀ ਤੁਹਾਨੂੰ ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਸੋ ਆਓ ਆਪਾਂ ਸਾਰੇ ਜਾਣੇ ਬੋਲ ਕੇ ਦੇਖਦੇ ਹਾਂ। ਲਾਸਟ ਲੈਟਰ ਹੈ ਯੰਗਾ ਯੰਗਾ। ਯੰਗੇ ਦੀ ਕੀ ਸਾਊਂਡ ਹੁੰਦੀ ਹੈ? ਯੰਗੇ ਦੀ ਸਾਊਂਡ ਹੁੰਦੀ ਹੈ य ਯੰਗਾ य। ਇਹ ਪੰਜਾਬੀ ਦੇ ਵਿੱਚ ਬਹੁਤ ਹੀ ਘੱਟ ਵਰਤਿਆ ਜਾਂਦਾ। ਇਟਸ ਵੈਰੀ ਰੇਅਰਲੀ ਯੂਜ਼ਡ ਇਨ ਇੰਗਲਿਸ਼, ਸੌਰੀ ਇਨ ਪੰਜਾਬੀ, ਪਰ ਇੰਗਲਿਸ਼ ਦੇ ਵਿੱਚ ਵੀ ਇਹਦੀ ਕੋਈ ਵੀ ਇਕੁਇਵਲੈਂਟ ਸਾਊਂਡ ਨਹੀਂ। ਸੋ ਕੋਈ ਵੀ ਇੰਗਲਿਸ਼ ਦੇ ਵਿੱਚ ਇਹੋ ਜਿਹੀ ਸਾਊਂਡ ਨਹੀਂ ਜਿਹਨੂੰ ਕਿ ਆਪਾਂ ਯੰਗੇ ਦੀ ਸਾਊਂਡ ਦੇ ਨਾਲ ਕੰਪੇਅਰ ਕਰਕੇ ਦੱਸ ਸਕੀਏ। ਸੋ ਯੰਗੇ ਦੀ ਸਾਊਂਡ ਹੁੰਦੀ ਹੈ य। ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਯੰਗੇ ਦੇ ਨਾਲ ਪੰਜਾਬੀ ਦੇ ਵਿੱਚ ਕੋਈ ਵੀ ਸ਼ਬਦ ਨਹੀਂ ਸ਼ੁਰੂ ਹੁੰਦਾ। ਨੋ ਵਰਡ ਇਨ ਪੰਜਾਬੀ ਸਟਾਰਟਸ ਵਿਦ ਦ ਲੈਟਰ ਯੰਗਾ, ਪਰ ਕੁਝ ਕੁ ਸ਼ਬਦ ਜਿਹੇ ਨੇ ਜਿਨ੍ਹਾਂ ਦੇ ਵਿੱਚ ਯੰਗਾ ਲੈਟਰ ਵਰਤਿਆ ਜਾਂਦਾ ਆ, ਆਈਦਰ ਇਨ ਦ ਮਿਡਲ ਔਰ ਟੁਵਰਡਸ ਦੀ ਐਂਡ। ਤੇ ਅਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਜਾ ਰਹੀ ਹਾਂ। word है janya. Janya is marriage party, पर बहुत घट लोग इसनू janya कहते हैं. Most people call it janj or jan, but the real word is janya. ते जो तुसी janya word कहने थोनू एंड ते य साउंड ये दी सुनाई दिंदी है. So ये य. So आओ देखते हैं कि इस यूनिक लैटर नू लिखिया किवें जांदा है. So ये अखर लिखण दे लई सब तो पहला तो तुसी एक स्ट्रेट हॉरिजॉन्टल लाइन बनानी है. तो फिर जिमें आप चच्चे ते छच्छे अखरां लई एक छोटी जी थल्ले नू जांदी लाइन बनाई सी, इदां दी लाइन आप यही अखर दे लई बनानी है. फिर यही दे थल्ले ही आप एक लैटर नंबर 3 वर्गी शेप बनानी है, पर उसका मुंह दूजे पासे नू होना चाहिए. सो अ शेप दैट लुक्स लाइक द नंबर 3 इन इंग्लिश, बट इट शुड बी फेसिंग द अदर वे. तो तुहाडा लास्ट स्टैप ये है कि जिमें आप बिगिनिंग दे विच थल्ले नू जांदी छोटी जी लाइन बनाई सी, उस दे बराबर दूजे पासे तुसीं एक होर लाइन बना देनी है जिहड़ी कि सीधी लिखी जे आप उत्ते बनाई सी ते लैटर 3 शेप दे नाल जुड़ी होवे. So to make the letter yinya, start off with a straight horizontal line and then make a vertical line, small vertical line going down, just like we did for the letters chacha and chacha. Right beneath this, make a shape that looks like the number 3 but facing the other way. So number 3 but flipped. And your last step is to add a line between this number 3 shape and the horizontal line that we made at the top, and it should be right opposite to the vertical line that we made in the beginning. And there you have it, the letter yinya. So ਇਹ ਹੋ ਗਿਆ ਅੱਖਰ yinya ਤੇ ਨਾਲ ਹੀ ਨਾਲ ਆਪਾਂ ਪੰਜਾਬੀ ਪੈਂਤੀ ਦੀ ਤੀਜੀ ਲਾਈਨ ਵੀ ਸਿੱਖ ਚੁੱਕੇ ਹਾਂ. ਜਾਣ ਤੋਂ ਪਹਿਲਾਂ ਮੈਂ ਇਹਨਾਂ ਪੰਜਾਂ ਅੱਖਰਾਂ ਦਾ ਅਭਿਆਸ ਕਰਨਾ ਚਾਹੁੰਦੀ ਹਾਂ. ਸੋ ਸਭ ਤੋਂ ਪਹਿਲਾ ਅੱਖਰ ਸੀ ਚੱਚਾ. ਚੱਚੇ ਦੀ ਸਾਊਂਡ ਹੁੰਦੀ ਹੈ ਚ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ C ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਹੈ. ਚੱਚੇ ਤੋਂ ਸ਼ੁਰੂ ਹੁੰਦਾ ਹੈ ਚਮਚਾ which means spoon. ਚੱਚੇ ਤੋਂ ਸ਼ੁਰੂ ਹੁੰਦਾ ਹੈ ਚਾਬੀ which is key. ਉਸ ਤੋਂ ਬਾਅਦ ਆ ਜਾਂਦਾ ਹੈ ਛੱਛਾ. ਛੱਛੇ ਦੀ ਸਾਊਂਡ ਹੁੰਦੀ ਹੈ ਛ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ C H H ਦੀ ਕੰਬਾਈਨਡ ਸਾਊਂਡ ਹੁੰਦੀ ਹੈ. ਸੋ ਮੈਂ ਅਕਸਰ ਦੇਖਦੀ ਹਾਂ ਕਿ ਬੱਚੇ ਚੱਚਾ ਅਤੇ ਛੱਛੇ ਅੱਖਰਾਂ ਦੀ ਸਾਊਂਡ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ. ਸੋ ਤੇ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ, ਚੱਚੇ ਦੀ ਸਾਊਂਡ ਹੁੰਦੀ ਹੈ ਚ C H, ਛੱਛੇ ਦੀ ਸਾਊਂਡ ਹੁੰਦੀ ਹੈ ਛ C double H. जो तुसी इंग्लिश दे विच इन्हां दी साउंड्स देखते हो, आप नोटिस कर सकते हो कि छच्छे दी साउंड दे विच एक एक्स्ट्रा एच लगदी है. इस करके कि छच्छे दी साउंड दे विच तुहानूं थोड़ा जिहा जोर जां एम्फेसिस ज़्यादा लाउणा पैंदा. सो जदों भी तुसी छच्छा शब्द बोलना, तुसी ज़्यादा अपना ब्रैथ बाहर नूं तक्कण दी कोशिश करो, ज़्यादा जोर एम्फेसिस बनाउण दी कोशिश करो. सो ये होगी छच्छे दी साउंड छ C double H. छच्छे तो बनदा है छतरी, अंब्रेला और छल्ली which is corn. ਛੱਛੇ ਤੋਂ ਬਾਅਦ ਆ ਜਾਂਦਾ ਹੈ ਜੱਜਾ. ਜੱਜੇ ਦੀ ਸਾਊਂਡ ਹੁੰਦੀ ਹੈ ਜ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ J ਦੀ ਹੁੰਦੀ ਆ. ਜੱਜੇ ਤੋਂ ਬਣਦਾ ਹੈ ਜੰਗਲ which is jungle or jug which is also jug in English. ਜੱਜੇ ਤੋਂ ਬਾਅਦ ਆ ਜਾਂਦਾ ਹੈ ਚੱਜਾ. ਚੱਜੇ ਦੀ ਸਾਊਂਡ ਹੁੰਦੀ ਹੈ ਚ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ J ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਆ. ਸੋ ਚੱਜਾ ਚ. ਚੱਜੇ ਤੋਂ ਕੀ ਬਣਦਾ ਹੈ? ਚੱਜੇ ਤੋਂ ਬਣਦਾ ਹੈ ਝੰਡਾ which is flag or charna which is waterfall. ਤੇ ਲਾਸਟ ਲੈਟਰ ਹੈ ਯਈਆਂ. ਯਈਆਂ ਦੀ ਸਾਊਂਡ ਹੁੰਦੀ ਹੈ य, ਤੇ ਯਈਆਂ ਤੋਂ ਪੰਜਾਬੀ ਦੇ ਵਿੱਚ ਕੋਈ ਵੀ ਸ਼ਬਦ ਨਹੀਂ ਸ਼ੁਰੂ ਹੁੰਦਾ. ਸੋ ਇਹ ਸੀ ਸਾਡਾ ਅੱਜ ਦਾ ਐਪੀਸੋਡ.
ਅੱਜ ਦੇ ਹੋਮਵਰਕ ਦੇ ਲਈ ਮੈਂ ਚਾਹੁੰਦੀ ਹਾਂ ਕਿ ਸਾਰੇ ਬੱਚੇ ਇਹਨਾਂ 5 ਅੱਖਰਾਂ ਦਾ ਅਭਿਆਸ ਕਰਨ, ਰਿਵਿਊ these 5 letters, ਇਹਨਾਂ ਨੂੰ ਲਿਖ ਕੇ ਪ੍ਰੈਕਟਿਸ ਕਰੋ, ਬੋਲ ਕੇ ਪ੍ਰੈਕਟਿਸ ਕਰੋ, ਇਹਨਾਂ ਦੀ ਸਾਊਂਡਸ ਨੂੰ ਆਇਡੈਂਟੀਫਾਈ ਕਰਨ ਦੀ ਪ੍ਰੈਕਟਿਸ ਕਰੋ ਤੇ ਨਾਲ ਹੀ ਨਾਲ ਪਹਿਲੇ ਜੋ ਆਪਾਂ 10 ਅੱਖਰ ਸਿੱਖ ਚੁੱਕੇ ਹਾਂ ਉਹਨਾਂ ਨੂੰ ਵੀ ਪ੍ਰੈਕਟਿਸ ਕਰਨਾ ਨਹੀਂ ਭੁੱਲਣਾ। ਸੋ ਇਹ ਸੀ ਸਾਡਾ ਅੱਜ ਦਾ ਐਪੀਸੋਡ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡੀ ਅੱਜ ਦੀ ਕੋਸ਼ਿਸ਼ ਵੀ ਬਹੁਤ ਪਸੰਦ ਆਈ ਹੋਵੇਗੀ। ਮਹਿਕਪ੍ਰੀਤ, ਬਹੁਤ ਵਧੀਆ। ਮੈਂ ਤੁਹਾਡਾ ਸਾਰਾ ਸੁਣ ਰਹੀ ਸੀ ਤੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਮੈਂ ਛੋਟਿਆਂ ਹੁੰਦਿਆਂ ਸਕੂਲ ਜਾਂਦੀ ਸੀ, ਅਸੀਂ ਵੀ ਉੜਾ ਐੜਾ ਸਿੱਖਦੇ ਹੁੰਦੇ ਸੀ ਨਾ, ਤੇ ਮੈਨੂੰ ਉਹੀ ਜਿਹੀ ਫੀਲਿੰਗ ਆ ਰਹੀ ਸੀ ਕਿ ਮੈਂ ਕਿਸੇ ਪ੍ਰਾਇਮਰੀ ਸਕੂਲ ਦੇ ਟਾਟ ਤੇ ਬੈਠੀ ਹਾਂ, ਕਿਉਂਕਿ ਭੁੰਜੇ ਬੰਦੇ ਹੁੰਦੇ ਸੀ ਅਸੀਂ ਜਦੋਂ ਛੋਟੇ ਹੁੰਦੇ ਪੜ੍ਹਦੇ ਸੀ, ਤੇ ਮੈਂ ਕਿਸੇ ਟਾਟ ਤੇ ਬੈਠੀ ਹਾਂ ਤੇ ਮੈਂ ਆਪਣੀ ਸਲੇਟ ਦੇ ਉੱਤੇ ਲਿਖ ਰਹੀ ਹੈਗੀ ਆ। ਸੋ ਬਹੁਤ ਵਧੀਆ, ਸਾਰੇ ਬਹੁਤ ਪਸੰਦ ਕਰਦੇ ਆ, ਬਹੁਤ ਸਾਰੇ ਮੈਸੇजेस ਆਉਂਦੇ, ਈਮੇਲਸ ਆਉਂਦੇ ਆ, ਸਾਰੇ ਬਹੁਤ ਹੀ ਕਹਿੰਦੇ ਸਾਨੂੰ ਪਸੰਦ ਆ ਰਿਹਾ ਤੇ ਬੱਚੇ ਵੀ ਇੰਜੋਏ ਕਰਦੇ ਆ। ਤੇ ਜਿਹੜੀਆਂ ਛੋਟੀਆਂ ਤੁਸੀਂ ਗੇਮਸ ਲਿਆਉਂਦੇ ਇਹ ਵੀ ਬਹੁਤ ਵਧੀਆ। ਸੋ ਅਗਲੇ ਹਫਤੇ ਫੇਰ ਇੱਕ ਵਧੀਆ ਜੀ ਕਲਾਸ ਲਾਵਾਂਗੇ ਅਸੀਂ ਤੁਹਾਡੇ ਨਾਲ, ਤੇ ਤਦ ਤੱਕ ਤੁਸੀਂ ਰੱਖਿਓ ਖਿਆਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਤੇ ਜਦੋਂ ਕਹਿੰਦੇ ਇੱਕ ਧੀ ਪੜ੍ਹਦੀ ਆ ਤੇ ਪੂਰਾ ਪਰਿਵਾਰ ਪੜ੍ਹ ਲੈਂਦਾ ਆ। ਸੋ ਸਾਡੀ ਬਹੁਤ ਹੀ ਪਿਆਰੀ ਧੀ ਮਹਿਕਪ੍ਰੀਤ ਕੌਰ ਧਾਲੀਵਾਲ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ, ਸਾਰਾ ਕ੍ਰੈਡਿਟ ਇਹਨਾਂ ਦੇ ਪੇਰੈਂਟਸ ਨੂੰ ਜਾਂਦਾ ਜਿਹੜੇ ਇੰਨੀ ਮਿਹਨਤ ਕਰਦੇ ਨੇ। ਇਹਨਾਂ ਦੇ ਦਾਦਾ ਜੀ, ਦਾਦੀ ਜੀ, ਇਹਨਾਂ ਦੇ ਮਾਤਾ ਜੀ, ਪਿਤਾ ਜੀ ਸਾਰੇ ਹੀ ਤੇ ਸਾਡੇ ਕੋਲ ਆਉਂਦੇ ਨੇ ਸਟੂਡੀਓ ਦੇ ਵਿੱਚ, ਤੇ ਮਹਿਕਪ੍ਰੀਤ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਪੰਜਾਬੀ ਦੀ ਕਲਾਸ ਲੈ ਕੇ ਆਉਂਦੇ। ਮੈਨੂੰ ਉਮੀਦ ਹੈ ਤੁਸੀਂ ਇਸ ਪ੍ਰੋਗਰਾਮ ਨੂੰ ਦਿਲੋਂ ਪਿਆਰ ਕਰੋਗੇ। ਸੋ ਫੀਡਬੈਕ ਜ਼ਰੂਰ ਦਿਆ ਕਰੋ। ਅਗਲੀ ਵਾਰੀ ਮਾਂ ਬੋਲੀ ਆਓ ਪੰਜਾਬੀ ਸਿੱਖੀਏ ਵਿੱਚ ਫਿਰ ਮਹਿਕਪ੍ਰੀਤ ਨੂੰ ਲੈ ਕੇ ਸ਼ਾਮਲ ਹੋਵਾਂਗੇ। ਤਦ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।